सतगुरां दी साजी निवाजी गुरु रूप प्यारी गुरु सवारी साध संगत जी, परमात्मा दी बख्शिश दे नाल नितनेम कर्म अनुसार गुरु दरबार दीयां हाज़रियां भरन दे यतन करते हैं। सतगुरु महाराज जियां ने सारी सृष्टि नूं ज्ञान बख्शिया है, बकायदा सारी सृष्टि नूं एक मर्यादा बख्शी है कि इस मर्यादा दे विच रहिंदे होए, ज्ञान दे विच रहिंदे होए तुसीं अपना बड़े सुचज्जे ढंग दे नाल जिंदगी जिहड़ी है वो बतीत करनी है। बंदे नूं परमात्मा ने मर्यादा बख्शी है, पर जिन्ना कुछ मनुखता नूं बख्शिया है, बाकी सृष्टि नूं इन्ना कुछ उन्हां दे कोल नहीं है। भावें पशु ते पंछी बड़े चंगे ने, बड़े समझदार ने, पर केवल ते केवल उन्हां नूं अपनी नगणता दा बोध नहीं है, होर भी उन्हां नूं ज्ञान नहीं है, ते मनुख नूं बड़े तरह का ज्ञान परमात्मा ने बख्शिया है। इस नूं इन्ना कुछ बख्श के परमात्मा ने फिर भी अकाल पुरख महाराज जियां दे जिहड़े बोल ने वो मनुखता की झोली दे विच पाए ने। सारी सृष्टि दे विच विचरदे होए मनुख ते पुरजोर परमात्मा ने अपने अनेकां दर बना के इनू समझाउण दे यतन कीते ने कि तूं केवल परमात्मा दे नाल जुड़दा ते परमात्मा दा ही रूप बन जा। इसनों मनुखता दे रूप दे विचों कढ के परमात्मा ने अपना रूप देण दे यतन कीते ने। कोई भी यतन होवे, अनेकां दर बनाए परमात्मा ने इस धरती ते। ऐलानिया गुरु गोबिंद सिंह महाराज ने अपना सारा स्वरूप बख्शिश किया, नाल गुरु साहिब जी महाराज जी ने अनेकां वचन सिख नूं कीते ने। सिख दी परिभाषा है सिखना। सारी जिंदगी कुछ ना कुछ सिखते रहना। कुछ दुनिया तो सीखिया है, हुण तो कुछ ना कुछ धार्मिक ग्रंथ परमात्मा ते बोल जितने ने उन्हां तो कुछ ना कुछ सीखना कर। सुनना एक गल वखरी है, परमात्मा दे बोल सुन के मन लेना वो गल वखरी है। क्योंकि सुनता सब ही लेंदे ने, मनदा कोई विरला विरला ही है। ते जिन्ना वक्त सुनिया नहीं है, जे सुनते रहे जिन्ना वक्त मन्निया नहीं है तो सुनने का कोई बहुता लाभ नहीं होना। जद मन्ने ही नहीं, सारी जिंदगी सुनते रहे, एक भी वचन नहीं मन्निया। ते जिन्हां ने सुन के मन लिया, गुरु साहिब जी महाराज कहते सुनिया मन्निया मन कीता भाव
ਅੰਤਰਗਤ ਤੀਰਥ ਮਲ ਨਾਉ। ਸੁਣ ਕੇ ਜਿਨ੍ਹਾਂ ਨੇ ਮੰਨ ਲਿਆ ਪਰਮੇਸ਼ਰ ਦੇ ਹੁਕਮ ਨੂੰ, ਉਹ ਤੇ ਅੰਤਰਗਤੀ 68 ਤੀਰਥਾਂ ਦਾ ਇਸ਼ਨਾਨ ਆਪਣੇ ਘਰ ਦੇ ਵਿੱਚ ਹੀ ਬੈਠੇ ਕਰ ਲੈਂਦੇ ਨੇ। ਮਹਾਨਣ ਧਰਮ ਦੀ ਰਬੀਆ ਹੋਈ ਹੈ। ਉਹਨਾਂ ਨੇ ਸੰਗਤ ਵਿੱਚ ਜਾਣਾ, ਤੇ ਜਿਹੜੇ ਰਾਬੀਆ ਨੂੰ ਜਾਣਦੇ ਸੀ ਨਾ, ਉਹ ਪਰਮਾਤਮਾ ਦੇ ਖੁਦਾ ਦੇ ਬੋਲਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਬਿਆਨ ਕਰਿਆ ਕਰੇ। ਕਿਉਂਕਿ ਉਹਨਾਂ ਨੂੰ, ਕਵੀਆਂ ਨੂੰ ਰਾਬੀਆ ਬੈਠੀ ਦਿਸਦੀ ਸੀ ਕਿ ਬਹੁਤ ਵੱਡੀ ਸੋਚ ਦੀ ਮਾਲਕਣ ਹੈ। ਇੱਕ ਦਿਨ ਰਾਬੀਆ ਨਾ ਗਈ ਤੇ ਕਵੀਆਂ ਦੇ ਜਿਹੜੇ ਬੋਲ ਸੀ ਉਹ ਨਾ ਰਹੇ। ਪਹਿਚਾਨਣ ਵਾਲੇ ਨੇ ਪਹਿਚਾਨ ਲਏ, ਕਹਿੰਦੇ ਕਵੀ ਜੀ ਜਿਹੜੇ ਬੋਲ ਤੁਹਾਡੇ ਪਹਿਲਾਂ ਹੁੰਦੇ ਸੀ ਨਾ, ਉਹ ਬੋਲ ਅੱਜ ਨਹੀਂ ਸੀ। ਫਿਰ ਉਹ ਕਵੀ ਨੇ ਕਿਹਾ, ਕਹਿਣ ਲੱਗੇ ਪਹਿਲਾਂ ਰਾਬੀਆ ਆਉਂਦੀ ਸੀ, ਉਹ ਉਸ ਸੁਰਤ ਦੀ ਮਾਲਕਣ ਸੀ, ਇਸੇ ਲਈ ਉਹਨੂੰ ਇੰਨੇ ਸ੍ਰੇਸ਼ਟ ਬੋਲ ਸੁਣਾਏ ਜਾਂਦੇ ਸੀ। ਐਡੀ ਸੁਰਤ ਦੀ ਮਾਲਕਣ ਸੀ ਰਾਬੀਆ। ਇੱਕ ਕੋਲ ਕਵੀ ਬੈਠਾ ਤੇ ਸੋਨੇ ਦਾ ਬਰਤਨ ਸੀ ਜਿਹੜਾ, ਉਹ ਕਵੀ ਦੇ ਲਿਆ ਕੇ, ਕਵੀ ਗਾਇਨ ਕਰਕੇ ਹਟਿਆ ਸੀ ਕਵਿਤਾ ਨੂੰ, ਕਵੀ ਦੇ ਅੱਗਿਓਂ ਲਿਆ ਕੇ ਰੱਖ ਦਿੱਤਾ ਪ੍ਰਬੰਧਕਾਂ ਨੇ। ਕਹਿ ਲਓ ਕਵੀ ਜੀ, ਸੋਨੇ ਦਾ ਬਰਤਨ ਅਸੀਂ ਤੁਹਾਨੂੰ ਇਨਾਮ ਦੇ ਵਿੱਚ ਦਿੰਦੇ ਹਾਂ। ਪੁਰਾਣੇ ਜ਼ਮਾਨਿਆਂ ਵਿੱਚ ਸੋਨਾ ਚਾਂਦੀ ਪਦਾਰਥ ਅਨਾਜ ਚੱਲਦਾ ਹੁੰਦਾ ਸੀ, ਬਹੁਤਾ ਧਨ ਨਹੀਂ ਚੱਲਦਾ ਸੀ। ਉਹ ਕਵੀ ਕਹਿਣ ਲੱਗਿਆ, ਕਹਿੰਦੇ ਤੁਸੀਂ ਇਹ ਸੋਨੇ ਦਾ ਬਰਤਨ ਲੈ ਜਾਓ, ਮੈਂ ਨਹੀਂ ਲੈਣਾ, ਕਹਿੰਦੇ ਮੇਰੇ ਚੇਲਿਆਂ ਨੂੰ ਦੇ ਦਿਓ। ਤੇ ਰਾਬੀਆ ਜਿਹੜੀ ਸੀ ਉਹ ਹੱਸ ਪਈ ਕਵੀ ਨੂੰ ਦੇਖ ਕੇ। ਕਹਿੰਦੇ ਕਵੀ ਜੀ ਕੀ ਗੱਲ, ਤੁਸੀਂ ਸੋਨੇ ਦਾ ਬਰਤਨ ਕਿਉਂ ਨਹੀਂ ਲੈਣਾ? ਕਹਿੰਦਾ ਜੀ ਮੈਂ ਕਦੇ ਧਨ ਨੂੰ, ਸੋਨੇ ਚਾਂਦੀ ਨੂੰ ਹੱਥ ਨਹੀਂ ਲਾਇਆ ਅੱਜ ਤੱਕ। ਰਾਬੀਆ ਕਹਿਣ ਲੱਗੀ ਮੁੜ ਕੇ ਤੇ ਤੇਰੇ ਕੋਲ ਹੀ ਆਉਣਾ। ਹੱਸੀ ਮੈਂ ਇਸ ਵਾਸਤੇ ਸੀ, ਕਹਿੰਦੀ ਤੈਨੂੰ ਸੋਨੇ ਦਾ ਬਰਤਨ ਕੀ ਲੱਗਦਾ ਹੈ? ਕਹਿੰਦਾ ਮੇਰੇ ਵਾਸਤੇ ਤਾਂ ਮਿੱਟੀ ਹੈ, ਇਹਨੂੰ ਮੇਰੇ ਤੋਂ ਪਾਸੇ ਕਰ ਦਿਓ, ਮਿੱਟੀ ਹੈ। ਸੋਨੇ ਦੇ ਬਰਤਨ ਨੂੰ ਕਹਿਣ ਲੱਗਾ ਇਹ ਮੇਰੇ ਵਾਸਤੇ ਮਿੱਟੀ ਹੈ, ਮੇਰੇ ਤੋਂ ਪਾਸੇ ਕਰ ਦਿਓ। ਰਾਬੀਆ ਕਹਿਣ ਲੱਗੀ ਕਾਵੀ ਜੀ, ਕਹਿੰਦੀ ਜੇ ਤੇਰੇ ਵਾਸਤੇ ਸੱਚਮੁੱਚ ਇਹ ਮਿੱਟੀ ਹੁੰਦਾ ਨਾ, ਫਿਰ ਤੂੰ ਇਹ ਨਹੀਂ ਕਹਿਣਾ ਸੀ ਵੀ ਸੋਨੇ ਦੇ ਬਰਤਨ ਨੂੰ ਪਾਸੇ ਕਰ ਦਿਓ। ਇਹ ਤੈਨੂੰ ਸੋਨਾ ਸੋਨਾ ਹੀ ਨਜ਼ਰ ਆਇਆ ਤਾਂ ਹੀ ਤੂੰ ਕਹਿ ਰਿਹਾ ਸੋਨੇ ਦੇ ਬਰਤਨ ਨੂੰ ਪਾਸੇ ਕਰ ਦਿਓ। ਜੇ ਤੈਨੂੰ ਇਹ ਮਿੱਟੀ ਨਜ਼ਰ ਆਉਂਦੀ ਤੂੰ ਇੰਝ ਕਹਿਣਾ ਸੀ ਕਿ ਮਿੱਟੀ ਨੂੰ ਪਾਸੇ ਕਰ ਦਿਓ। ਤੇਰੇ ਵਾਸਤੇ ਇਹ ਮਿੱਟੀ ਨਹੀਂ ਹੈ, ਸੋਨਾ ਹੈ। ਬਹੁਤੇ ਜਿਹੜੇ ਨੇ ਉਹ ਇਸ ਪਖੰਡ ਦੇ ਵਿੱਚ ਵੀ ਸਾਰੀ ਜ਼ਿੰਦਗੀ ਆਪਣੀ ਬਤੀਤ ਕਰਦੇ ਨੇ। ਧਨ ਕੀ ਹੈ ਸਾਡੇ ਵਾਸਤੇ? ਕੁਛ ਵੀ ਨਹੀਂ, ਮੈਂ ਤੇ ਕਦੇ ਧਨ ਨੂੰ ਹੱਥ ਨਹੀਂ ਲਾਇਆ। ਬਹੁਤੀਆਂ ਜ਼ਿੰਦਗੀਆਂ ਐਸੀਆਂ ਨੇ, ਖਾਸ ਕਰਕੇ ਜਿਹੜੇ ਪਖੰਡੀ ਸਮਾਜ ਦੇ ਵਿੱਚ ਬਾਬੇ ਨੇ। ਅਸੀਂ ਤੇ ਕਹਿੰਦੇ ਧਨ ਲੈਂਦੇ ਨੇ, ਧਨ ਤੋਂ ਬਿਨਾਂ ਪਤਾ ਨਹੀਂ ਕਿਹੜੇ ਅੰਬਰਾਂ ਦੇ ਵਿੱਚ ਪਰਮਾਤਮਾ ਬੈਠਾ ਜਿਹੜਾ ਇਹਨੂੰ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਜਾਂਦਾ। ਪਤਾ ਨਹੀਂ ਧਨ ਤੋਂ ਬਿਨਾਂ ਕਿੱਥੋਂ ਤੇਲ ਆ ਜਾਂਦਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ। ਧਨ ਤੋਂ ਬਿਨਾਂ ਸਮਾਜਿਕ ਨਿਯਮਾਂ ਦੇ ਵਿੱਚ ਕੋਈ ਵੀ ਕਾਰਜ ਜਿਹੜਾ ਹੈ ਉਹ ਸੁਧਰਦਾ ਨਹੀਂ ਹੈ ਧਨ ਤੋਂ ਬਿਨਾਂ। ਤਾਂ ਧਨ ਨੂੰ ਮਨੁੱਖ ਕਹਿ ਦਿੰਦਾ ਹੈ ਕਿ ਇੱਕ ਪਾਸੇ ਇਸ ਦਾ ਹੱਥ ਨਹੀਂ ਲਾਉਣਾ।
ਇਹ ਸਭ ਦੇ ਸਭ ਦੁਨੀਆ ਦੇ ਵਿੱਚ ਪਖੰਡ ਬਣੇ ਹੋਏ ਨੇ। ਰਾਬੀਆ ਉੱਚੀ ਸੋਚ ਦੀ ਮਾਲਕਨ ਸੀ। ਉਹ ਕਹਿਣ ਲੱਗੀ ਤੈਨੂੰ ਇਹ ਸੋਨਾ ਨਜ਼ਰ ਹੀ ਨਹੀਂ ਆਉਣਾ ਸੀ, ਤੂੰ ਤੇ ਫਿਰ ਇੰਝ ਕਹਿਣਾ ਸੀ ਕਿ ਮਿੱਟੀ ਨੂੰ ਮੇਰੇ ਪਾਸੇ ਕਰ ਦੇ, ਪਰ ਤੂੰ ਕਹਿੰਦਾ ਸੋਨੇ ਦੇ ਬਰਤਨ ਨੂੰ ਪਾਸੇ ਕਰ ਦੇ। ਉੱਚੀ ਸੋਚ ਦਾ ਮਾਲਕ ਮਨੁੱਖ ਉਦੋਂ ਹੀ ਬਣਦਾ ਹੈ ਜਦੋਂ ਕਿਸੇ ਉੱਚੇ ਦੇ ਨਾਲ ਜੁੜ ਕੇ ਉੱਚੇ ਦੀ ਵਿਚਾਰਧਾਰਾ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਦਾ ਹੈ। ਉੱਚੇ ਦੇ ਨਾਲ ਜੁੜ ਕੇ ਉੱਚੇ ਦੀ ਵਿਚਾਰਧਾਰਾ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਦਾ ਹੈ। ਉਦੋਂ ਮਨੁੱਖ ਜਿਹੜਾ ਹੈ ਇਹਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜਿਹੜਾ ਸ੍ਰੇਸ਼ਟ ਬਣ ਜਾਂਦਾ ਹੈ। ਪਰ ਉੱਚੇ ਦੇ ਬੋਲ ਜਿਹੜੇ ਨੇ ਉਹ ਸੁਣ ਸਭ ਲੈਂਦਾ ਹੈ, ਸਭ ਹੀ ਸੁਣ ਲੈਂਦੇ ਨੇ, ਪਰ ਉਹਨਾਂ ਦੀ ਰਹਿਸ ਰਮਜ ਦੇ ਵਿੱਚ ਬੋਲੇ ਹੋਏ ਬੋਲ ਹਰ ਇੱਕ ਮਨੁੱਖ ਦੀ ਸਮਝ ਦੇ ਵਿੱਚ ਨਹੀਂ ਟਿਕਦੇ, ਸਮਝ ਦੇ ਵਿੱਚ ਨਹੀਂ ਟਿਕਦੇ। ਪਰਮਾਤਮਾ ਦੇ ਬੜੇ ਉੱਚੇ ਤੇ ਸੁੱਚੇ ਬੋਲ ਨੇ, ਸਾਰੀ ਦੀ ਸਾਰੀ ਦੁਨੀਆ ਸੁਣਦੀ ਪਈ ਹੈ। ਜਿੱਥੇ ਗੱਲ ਮੰਨਣ ਦੀ ਆ ਜਾਂਦੀ ਹੈ, ਮੰਨਣਾ ਨਹੀਂ ਹੈ, ਤੇ ਜੇ ਮੰਨੇ ਹੀ ਨਹੀਂ ਤਾਂ ਸੁਣਨ ਦਾ ਲਾਭ ਕੀ ਹੈ? ਲਾਭ ਕੀ ਹੈ? ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਪਰਮਾਤਮਾ ਦੇ ਬੋਲਾਂ ਨੂੰ ਸੁਣ ਲੈਣਾ ਇੱਕ ਗੱਲ ਹੈ, ਪਰਮਾਤਮਾ ਦੇ ਬੋਲਾਂ ਨੂੰ ਸੁਣ ਕੇ ਮੰਨ ਲੈਣਾ ਦੂਸਰੀ ਗੱਲ ਹੈ। ਹੁਕਮ ਨੂੰ ਸੁਣ ਲਿਆ, ਹੁਕਮ ਮੰਨਣਾ। ਸੁਣਦੇ ਤੇ ਸਭ ਹੀ ਸੀ ਗੁਰੂ ਨਾਨਕ ਦੇ ਬੋਲਾਂ ਨੂੰ, ਪਰ ਸੁਣ ਕੇ ਮੰਨਿਆ ਸੀ ਭਾਈ ਲਹਿਣੇ ਨੇ। ਹੱਥ ਜੋੜ ਕੇ ਖੜੇ ਸੀ, ਕਹਿੰਦੇ ਮਹਾਰਾਜ ਆਪ ਜੀਆਂ ਦੀ ਹਜੇ ਤੱਕ ਇਹ ਆਗਿਆ ਨਹੀਂ ਹੋਈ ਕਿ ਇਸ ਮੁਰਦੇ ਸਰੀਰ ਨੂੰ ਮੈਂ ਸਿਰ ਵਾਲੇ ਪਾਸੋਂ ਖਾਣ ਲੱਗਾ ਜਾਂ ਮੈਂ ਇਹਨੂੰ ਪੈਰਾਂ ਵਾਲੇ ਪਾਸਿਓਂ ਖਾਣ ਲੱਗਾ। ਹਜੇ ਤੱਕ ਇਹ ਹੁਕਮ ਨਹੀਂ ਹੋਇਆ, ਮਨ ਤੇ ਮੈਂ ਲਿਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਲੈਣਿਆ, ਜੇ ਤੂੰ ਇਹੀ ਗੱਲ ਸੋਚ ਕੇ ਸਮਝ ਖੜਾ ਸੀ ਤੇ ਲੈ ਫਿਰ ਤੈਨੂੰ ਵਚਨ ਕਰਦੇ ਕਿ ਇਹ ਹੁਣ ਮੁਰਦਾ ਸਰੀਰ ਤੇਰਾ ਹੀ ਹੈ, ਜਿੱਧਰੋਂ ਪੱਲਾ ਚੱਕ ਕੇ ਤੇਰਾ ਜੀ ਕਰਦਾ ਤੂੰ ਉਧਰੋਂ ਹੀ ਖਾ ਲੈ। ਸ੍ਰੇਸ਼ਟ ਪਰਮਾਤਮਾ ਦੇ ਬੋਲ ਸੀ ਤੇ ਸ੍ਰੇਸ਼ਟ ਬੁੱਧੀ ਨੇ ਸੁਣ ਕੇ ਮੰਨ ਲਏ ਸੀ। ਜਦੋਂ ਭਾਈ ਲਹਿਣੇ ਨੇ ਪੱਲਾ ਚੱਕਿਆ, ਚਿੱਟੇ ਕੱਪੜੇ ਦੇ ਥੱਲੇ ਦੇਗ ਬਣੀ ਪਈ ਸੀ। ਹੁਕਮ ਸੁਣਿਆ ਵੀ, ਮੰਨ ਵੀ ਲਿਆ। ਬਹੁਤੇ ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਹੁਕਮ ਜਿਹੜੇ ਹੁੰਦੇ ਨੇ ਉਹ ਰਹਿਸ ਦੇ ਵਿੱਚ, ਰਮ ਦੇ ਵਿੱਚ ਹੁੰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜੀਆਂ ਨੇ ਪਰਮਾਤਮਾ ਦੇ ਹੁਕਮ ਨੂੰ ਸੁਣਿਆ, ਮੰਨਿਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹਨਾਂ ਦੇ ਚਰਨਾਂ ਦੇ ਵਿੱਚ 4 ਸਾਧੂ ਆਏ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਕੋਲ, ਕਿਉਂਕਿ ਆਪ ਜੀਆਂ ਦਾ ਜਿਹੜਾ ਜੀਵਨ ਸੀ, ਇਹਨਾਂ ਦਾ ਸੇਵਾ ਦੇ ਵਿੱਚ ਬਹੁਤ ਲੱਗੇ ਰਹਿੰਦੇ ਸਨ, ਤਤਪਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਸਨ। ਤੇ ਸਾਧੂ ਆਏ, ਆ ਕੇ ਦੇਖਿਆ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਹੀ ਤੇ ਲੰਗਰ ਤਿਆਰ ਕਰ ਰਹੇ ਨੇ, ਆਪ ਹੀ ਲੰਗਰ ਵਰਤਾ ਰਹੇ ਨੇ। ਉਹਨਾਂ ਸਾਧੂਆਂ ਦੇ ਉਦੋਂ ਸੁਰਤ ਇੱਕੋ ਜਗ੍ਹਾ ਤੇ ਖੜ ਗਈ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਿਆ ਕਿ ਇਹ ਤੇ ਬਰਤਨ ਵੀ ਆਪਣੇ ਹੱਥਾਂ ਦੇ ਨਾਲ ਖੁਦ ਮਾਂਜਦੇ ਨੇ। ਹਾਲਾਂਕਿ ਉਸ ਵਕਤ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸਵਾਈਮਾਨ ਸਨ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਤੀਜੇ ਪਾਤਸ਼ਾਹ ਖੁਦ ਆਪਣੇ ਹੱਥਾਂ ਦੇ ਨਾਲ ਬਰਤਨ ਮਾਂਜਦੇ ਨੇ।
ਉਹ ਜਿਹੜੇ ਸਾਧੂ ਆਏ ਸੀ ਨਾ, ਸਾਧੂ ਕਹਿੰਦੇ ਨੇ ਸਾਧਨਾ ਕਰਨ ਵਾਲਿਆਂ ਨੂੰ ਦੁਨੀਆਦਾਰੀ ਦੇ ਕਰੋੜਾਂ ਤਰ੍ਹਾਂ ਦੇ ਪਦਾਰਥਾਂ ਦਾ ਰਸ ਛੱਡ ਕੇ ਜਿਹੜੇ ਪਰਮਾਤਮਾ ਦੇ ਰਸ ਦੇ ਨਾਮ ਦੇ ਰਸ ਨਾਲ ਜੁੜ ਜਾਂਦੇ ਨੇ ਉਹਨੂੰ ਸਾਧੂ ਕਹਿੰਦੇ ਨੇ। ਸਾਰਾ ਕੁਝ ਛੱਡ ਦਿੱਤਾ। ਮਨੁੱਖ 2-4 ਘੰਟੇ ਆਪਣਾ ਘਰ ਛੱਡ ਕੇ ਜਦੋਂ ਸ਼ਾਮ ਨੂੰ ਵਾਪਸ ਆਉਂਦਾ ਨਾ, ਤੇ ਘਰ ਤੋਂ ਬਿਨਾਂ ਮਨੁੱਖ ਦੇ ਜਿਹੜੀਆਂ ਨੇ ਮੱਥੇ ਦੀਆਂ ਤਕਦੀਰਾਂ ਬਦਲੀਆਂ ਪਈਆਂ ਹੁੰਦੀਆਂ ਨੇ ਕਿ ਮੈਂ ਕਦ ਘਰ ਜਾਵਾਂ। 2-4 ਘੰਟੇ ਘਰ ਛੱਡਿਆ, ਸ਼ਾਮ ਨੂੰ ਆ ਗਿਆ। ਕਿਸੇ ਨੇ ਮਹੀਨਾ ਭਰ ਘਰ ਛੱਡਿਆ, ਉਹ ਤਰਸਦਾ ਘਰ ਨੂੰ। ਗਜਬ ਦੀ ਗੱਲ ਹੈ ਕਿ ਜਿਹੜੇ ਕੋਈ ਮਨੁੱਖ ਬਾਹਰਲੀਆਂ ਸਟੇਟਾਂ ਦੇ ਵਿੱਚ ਚਲੇ ਜਾਂਦੇ ਨੇ, ਜਦੋਂ ਉਹ 5-5 ਸਾਲਾਂ ਬਾਅਦ ਆਉਂਦੇ ਨੇ, ਫਿਰ ਉਹਨਾਂ ਦਾ ਹਾਲ ਬੜਾ ਬੁਰਾ ਹੁੰਦਾ ਘਰ ਵਿੱਚ ਆ ਕੇ। ਇੰਨਾ ਰੋਂਦੇ ਨੇ, ਇੰਨਾ ਰੋਂਦੇ ਨੇ, ਬੜੇ ਔਖੇ ਹੁੰਦੇ ਨੇ ਆ ਕੇ। ਇੰਨੇ ਚਿਰ ਬਾਅਦ ਮਾਂ ਬਾਪ ਭੈਣ ਭਾਈ ਨਗਰ ਦੇ ਲੋਕਾਂ ਨੂੰ ਮਿਲੇ। ਪਰ ਇੱਕ ਸਾਧੂ ਹੀ ਨੇ ਜਿਹੜੇ ਸਦਾ ਵਾਸਤੇ ਆਪਣਾ ਸਭ ਕੁਝ ਤਿਆਗ ਦਿੰਦੇ ਨੇ, ਪਰ ਜ਼ਿੰਦਗੀ ਦੇ ਵਿੱਚ ਕਦੇ ਰੋਂਦੇ ਨਹੀਂ ਹੈ। ਉਹਨਾਂ ਨੂੰ ਯਾਦ ਕਰ ਕਰਕੇ ਨਹੀਂ ਰੋਂਦੇ। ਇਸੇ ਲਈ ਦੁਨਿਆਵੀ ਮਨੁੱਖ ਦਾ ਅਤੇ ਸਾਧੂਆਂ ਦਾ, ਇਹਨਾਂ ਦਾ ਆਪਸ ਵਿੱਚ ਦੀ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਦੁਨਿਆਵੀ ਲੋਕ ਜਿਹੜੇ ਨੇ ਅਕਸਰ ਉਹ ਪਦਾਰਥ ਲੈ ਕੇ, ਧਨ ਲੈ ਕੇ ਸਾਧੂਆਂ ਦੇ ਚਰਨਾਂ 'ਤੇ ਜਾ ਕੇ ਮੱਥਾ ਟੇਕਦੇ ਨੇ। ਕਾਰਨ ਕੀ ਹੁੰਦਾ ਹੈ ਕਿ ਉਹਨਾਂ ਨੇ ਦੁਨੀਆਦਾਰੀ ਦੇ ਸਾਰੇ ਪਦਾਰਥਾਂ ਨੂੰ, ਸਾਰੇ ਰਸਾਂ ਨੂੰ ਇੱਕ ਪਾਸੇ ਲਾਂਭੇ ਕਰ ਦਿੱਤਾ, ਪਰਮਾਤਮਾ ਦੇ ਨਾਲ ਜੁੜ ਕੇ ਬੈਠ ਕੇ ਸਭ ਕੁਝ ਛੱਡ ਦਿੱਤਾ। ਬਹੁਤੇ ਸਾਧੂ ਤੇ ਐਸੇ ਵੀ ਨੇ ਜਿਹੜੇ ਧਾਰਮਿਕ ਸਥਾਨਾਂ 'ਤੇ ਰਹਿੰਦੇ ਰਹਿੰਦੇ ਸੇਵਾ ਕਰਦੇ ਨੇ, ਉਹ ਆਪਣੇ ਘਰ-ਬਾਰ ਦੇ ਵਾਪਸ ਕਦੇ ਗਏ ਨਹੀਂ, ਜਾਂਦੇ ਨਹੀਂ। ਸਾਧੂ ਬਿਰਤੀ ਜਿਨ੍ਹਾਂ ਦੀ ਹੋਵੇ, ਆਪਣੇ ਘਰ-ਬਾਰ ਦੇ ਵਿੱਚ ਵਾਪਸ ਨਹੀਂ ਜਾਂਦੇ। ਧੰਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਪੂਰਨ ਸਾਧੂ ਮਹਾਤਮਾ ਬਾਬਾ ਮਿੱਠਾ ਸਿੰਘ ਜੀ, ਇਹ ਪਿੱਛੇ ਜਿਹੇ ਸਰੀਰ ਛੱਡਿਆ ਉਹਨਾਂ ਨੇ। ਦਾਸ ਕਾਫੀ ਟਾਈਮ ਉਹਨਾਂ ਦੇ ਚਰਨਾਂ ਵਿੱਚ ਸੇਵਾ ਕਰਦਾ ਰਿਹਾ। ਉਹਨਾਂ ਦੇ ਜਦ ਭਰਾਤਾ ਨੇ ਆਉਣਾ ਇੱਥੇ ਮਿਲਣ ਵਾਸਤੇ, ਤੇ ਆ ਕੇ ਕਹਿਣਾ ਕਿ ਭਰਾਤਾ ਤੁਸੀਂ ਕਦੇ ਘਰ 'ਤੇ ਗੇੜਾ ਮਾਰਿਆ? ਉਹਨਾਂ ਦੀ ਅੱਗਿਓਂ ਇੱਕੋ ਸ਼ਰਤ ਹੁੰਦੀ ਸੀ ਕਿ ਜੇ ਸਾਨੂੰ ਘਰ ਦੇ ਵਿੱਚ ਲੈ ਜਾਣਾ ਤੇ ਇਹ ਦੱਸ ਕੇ ਲੰਗਰ ਵਾਸਤੇ ਕੀ ਦੇਵੇਂਗਾ। ਲੰਗਰ ਵਾਸਤੇ ਧਨ ਦੇਵੇਂਗਾ ਜਾਂ ਲੰਗਰ 'ਚ ਬੰਨ ਵਾਸਤੇ ਮੂੰਗੀ ਦੀ ਦਾਲ ਦੇਵੇਂਗਾ, ਤੇ ਤੂੰ ਹੋਰ ਪਦਾਰਥ ਦੇਵੇਂਗਾ। ਜੇ ਕੋਈ ਲੰਗਰ ਵਾਸਤੇ ਪਦਾਰਥ ਦੇਵੇਂਗਾ ਤਾਂ ਅਸੀਂ ਘਰ ਦੇ ਵਿੱਚ ਆ ਜਾਵਾਂਗੇ, ਨਹੀਂ ਤੂੰ ਆਪਣੇ ਘਰ ਦੇ ਵਿੱਚ, ਅਸੀਂ ਆਪਣੇ ਘਰ। ਸ਼ਰਤ ਰੱਖ ਦਿੰਦੇ ਸੀ ਅੱਗੇ। ਤੇ ਸ਼ਰਤ ਵੀ ਬੜੀ ਸਖਤ ਰੱਖਦੇ ਹੁੰਦੇ ਸੀ। ਉਹ ਵਾਪਸ ਆਪਣੇ ਘਰਾਂ ਦਾ ਸਭ ਪਿਆਰ ਨੂੰ ਤਿਆਗ ਕੇ ਪਰਮਾਤਮਾ ਦੇ ਦਰ 'ਤੇ ਆ ਕੇ ਬੈਠ ਜਾਂਦੇ ਨੇ। ਵਾਪਸ ਫਿਰ ਆਪਣੇ ਘਰਾਂ ਦੇ ਵਿੱਚ ਨਹੀਂ ਜਾਂਦੇ। ਤਿਆਗਣਾ, ਤਿਆਗਣਾ ਤਿਆਗਣ ਨੀਕਾ। ਗੁਰਬਾਣੀ ਕਹਿੰਦੀ ਹੈ ਕਾਮ ਕ੍ਰੋਧ ਲੋਭ ਤਿਆਗਣਾ। ਸਭ ਕੁਝ ਤਿਆਗ ਕੇ ਬੈਠ ਜਾਣਾ। ਜਿੰਨਾ ਟਾਈਮ ਦੁਨੀਆਦਾਰੀ ਦੇ ਪਦਾਰਥ ਨਹੀਂ ਤਿਆਗਦਾ, ਉਹਨਾਂ ਟਾਈਮ ਇਹਨੂੰ ਪਰਮਾਤਮਾ ਦੇ ਬੋਲ ਨਹੀਂ ਸੁਣਾਈ ਦਿੰਦੇ ਕਿ ਪਰਮਾਤਮਾ ਤਿਆਗਣ ਵਾਸਤੇ ਕੀ ਕਹਿੰਦਾ ਹੈ। ਉਹਨਾਂ ਟਾਈਮ ਇਹ ਪਦਾਰਥਾਂ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ। ਉਹ ਸਾਧੂ ਕਹਿਣ ਲੱਗੇ, ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਦੇਖ ਕੇ ਨਾ ਹੈਰਾਨ ਰਹਿ ਗਏ। ਫਿਰ ਇੱਕ ਰਹੱਸ ਦੇ ਵਿੱਚ, ਰਮਜ ਦੇ ਵਿੱਚ ਬੋਲ ਬੋਲੇ ਇੱਕ ਸਾਧੂ ਨੇ, ਜੋ ਉਹਨਾਂ ਟਾਈਮਾਂ ਦੇ ਵਿੱਚ ਚੱਲਦਾ ਹੁੰਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਓ, ਕਹਿੰਦੇ ਜਦੋਂ ਬੜੇ ਸੁਚੱਜੇ ਢੰਗ ਦੇ ਨਾਲ ਸ਼ਾਦੀ ਹੋ ਜੇ, ਉਸ ਤੋਂ ਬਾਅਦ ਗੁੱਡੇ ਪਟੋਲੀਆਂ ਦਾ ਕੀ ਕਰਨਾ ਹੁੰਦਾ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ
ਵਿਆਹਾਂ ਦੇ ਵਿੱਚ ਇਹ ਗੁੱਡੇ ਪਟੋਲੇ ਸੀ ਜਿਹੜੇ ਉਹ ਚੱਲਦੇ ਹੁੰਦੇ ਸੀ। ਕਹਿੰਦੇ ਜਦੋਂ ਸੁਚੱਜੇ ਢੰਗ ਦੇ ਨਾਲ ਸ਼ਾਦੀ ਹੋ ਗਈ, ਇਹ ਗੁੱਡੇ ਪਟੋਲਿਆਂ ਤੋਂ ਕੀ ਕਰਾਉਣਾ ਹੁੰਦਾ? ਰਹਿਸ ਦੇ ਵਿੱਚ ਰਮਜ ਮਾਰੀ। ਦੂਸਰਾ ਸਾਧੂ ਕਹਿਣ ਲੱਗਿਆ, ਕਹਿੰਦੇ ਜਦੋਂ ਦੁੱਧ ਨੂੰ ਰਿੜਕ ਕੇ ਉਹਦੇ ਵਿੱਚੋਂ ਮੱਖਣੀ ਕੱਢ ਲਿਆ ਤੇ ਹੁਣ ਦੁਬਾਰੇ ਲੱਸੀ ਨੂੰ ਰਿੜਕਣ ਦਾ ਕੀ ਫਾਇਦਾ? ਰਮਜ ਰਹਿਸ। ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਰਹਿਸ ਤੇ ਰਮਜ ਦੇ ਵਿੱਚ ਨੇ, ਤੇ ਉਹਨਾਂ ਨੂੰ ਅੱਗਿਓਂ ਜਾ ਕੇ ਖੋਲ੍ਹਦੇ ਨੇ ਭਾਈ ਗੁਰਦਾਸ ਦੀਆਂ ਵਾਰਾਂ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਖੋਲ੍ਹਦੇ ਨੇ। ਗੁਰਬਾਣੀ ਦੇ ਬਹੁਤੇ ਸ਼ਬਦ ਐਸੇ ਨੇ ਜਿਹੜੇ ਰਹਿਸ ਦੇ ਵਿੱਚ ਨੇ, ਰਮਜ ਦੇ ਵਿੱਚ ਨੇ। ਸਿਲਸਿਲਾਵਾਰ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਅੱਗਿਓਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗਾਹਾਂ ਵਾਲੀਆਂ ਪੰਗਤੀਆਂ ਦੇ ਵਿੱਚ ਉਹਨਾਂ ਨੂੰ ਖੋਲ੍ਹ ਦਿੰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਰਹਿਸ ਦੇ ਵਿੱਚ, ਰਮਜ ਦੇ ਵਿੱਚ ਇਹ ਗੱਲ ਆਏ ਹੋਏ ਸਾਧੂਆਂ ਨੇ ਬਚਨ ਕੀਤੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਰਮਜ ਹੀ ਮਾਰਦੇ ਨੇ। ਕਹਿੰਦੇ ਕੋਈ ਮਨੁੱਖ ਰੇਤ ਛਾਣਦਾ ਹੋਵੇ, ਰੇਤ ਛਾਣਦਿਆਂ ਛਾਣਦਿਆਂ ਰੇਤ ਦੇ ਵਿੱਚੋਂ ਉਹਨੂੰ ਹੀਰਾ ਮਿਲ ਜੇ, ਹੀਰਾ ਮਿਲ ਜੇ, ਤੇ ਹੀਰੇ ਦੇ ਨਾਲ ਉਹਦੀ ਗਰੀਬੀ ਤਾਂ ਦੂਰ ਹੋ ਸਕਦੀ ਹੈ, ਤੇ ਫਿਰ ਕੀ ਕਰੇ? ਉਹ ਰੇਤ ਨੂੰ ਛਾਨਣਾ ਛੱਡ ਦੇ, ਉਹਨੂੰ ਛਾਨਣਾ ਛੱਡ ਦੇ। ਆਪਣਾ ਜਿਹੜਾ ਕੰਮ ਧੰਦਾ ਹੈ, ਜਿਹੜਾ ਉਹਦਾ ਮੇਨ ਕੰਮ ਚੱਲਿਆ ਆਇਆ ਕਿ ਉਹਨੇ ਰੇਤ ਹੀ ਛਾਨਣੀ ਹੈ, ਕੀ ਉਹਨੂੰ ਫਿਰ ਕੰਮ ਨੂੰ ਆਪਣੇ ਨੂੰ ਬੰਦ ਕਰ ਦੇ? ਜਿਹੜੇ ਕੰਮ ਦੇ ਵਿੱਚੋਂ ਇੰਨੀ ਤਰੱਕੀ ਮਿਲੀ ਹੈ, ਹੀਰਾ ਮਿਲਿਆ, ਹੀਰਾ ਮਿਲਦਿਆਂ ਸਾਰੀ ਕੰਮ ਕਰਨਾ ਛੱਡ ਦੇ। ਇਹ ਨਹੀਂ ਛੱਡਣਾ ਚਾਹੀਦਾ। ਰਹਿਸ ਰਮਜ ਦੇ ਵਿੱਚ ਇਹਨਾਂ ਨੇ ਸਵਾਲ ਕੀਤੇ ਨੇ, ਤੇ ਅੱਗਿਓਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਦਾ ਰਮਜ ਦੇ ਵਿੱਚ ਜਵਾਬ ਦੇ ਗਏ ਨੇ, ਰਹਿਸ ਦੇ ਵਿੱਚ ਜਵਾਬ ਦੇ ਦਿੱਤਾ। ਫਿਰ ਉਹ ਬੋਲੇ, ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ, ਅਸੀਂ ਆਪ ਜੀਆਂ ਨੂੰ ਬਚਨ ਇਹ ਕਰਦੇ ਹਾਂ ਕਿ ਜਦੋਂ ਤੁਹਾਨੂੰ ਭਾਂਡੇ ਮਾਂਜ ਕੇ, ਝਾੜੂ ਫੇਰ ਕੇ, ਲੰਗਰ ਤਿਆਰ ਕਰਕੇ, ਲੱਕੜੀਆਂ ਢੋ ਕੇ, ਗਾਗਰ ਦੀ ਸੇਵਾ ਕਰਕੇ, ਜਦੋਂ ਤੁਹਾਨੂੰ ਸਾਰਾ ਕੁਝ ਕਰਕੇ ਗੁਰਤਾ ਗੱਦੀ ਹੀ ਮਿਲ ਗਈ ਹੈ, ਹੁਣ ਸੇਵਾ ਕਿਸ ਵਾਸਤੇ ਕਰਦੇ ਹੋ ਤੁਸੀਂ? ਜਦ ਸ਼ਾਦੀ ਸੰਪੂਰਨ ਹੋ ਗਈ, ਹੁਣ ਗੁੱਡੇ ਪਟੋਲੀਆਂ ਦਾ ਕੀ ਕੰਮ? ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਠੀਕ ਹੈ, ਸਾਨੂੰ ਕਹਿੰਦੇ ਸਾਰਾ ਕੁਝ ਕਰਦਿਆਂ ਕਰਦਿਆਂ ਇੱਕ ਹੀਰਾ ਲੱਭਿਆ ਹੈ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ ਹੈ। ਉਹ ਇੱਕ ਪਾਸੇ ਹੈ, ਪਰ ਜਿਹੜਾ ਸੇਵਾ ਤੇ ਸਿਮਰਨ ਦੇ ਵਿੱਚੋਂ ਆਨੰਦ ਸਾਨੂੰ ਆ ਰਿਹਾ ਹੈ, ਇਹ ਕਿਸੇ ਹੋਰ ਵਸਤੂ ਦੇ ਵਿੱਚੋਂ ਆ ਹੀ ਨਹੀਂ ਰਿਹਾ, ਆ ਹੀ ਨਹੀਂ ਰਿਹਾ। ਮਨੁੱਖ ਆਪਣੇ ਆਪ ਨੂੰ ਬੜਾ ਸੂਝਵਾਨ ਤੇ ਸਿਆਣਾ ਸਮਝਣ ਲੱਗ ਜਾਂਦਾ ਹੈ, ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠ ਕੇ ਵੀ ਹੱਥਾਂ ਦੇ ਨਾਲ ਭਾਂਡੇ ਮਾਂਜਦੇ ਨੇ, ਝਾੜੂ ਲਾਉਂਦੇ ਨੇ, ਲੰਗਰ ਦੇ ਵਿੱਚ ਲੱਕੜੀਆਂ ਲੈ ਕੇ ਆਉਂਦੇ ਨੇ, ਸੰਗਤਾਂ ਨੂੰ ਪ੍ਰਸ਼ਾਦਾ ਜਿਹੜਾ ਭੋਜਨ ਪਾਣੀ ਪਹਿਲਾਂ ਤਿਆਰ ਕਰਦੇ ਨੇ, ਉਸ ਤੋਂ ਬਾਅਦ ਸੰਗਤਾਂ ਨੂੰ ਛਕਾਉਂਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਸਾਡੇ ਸਾਹਮਣੇ ਹੈ। ਕੀ ਹੋਇਆ? ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ, ਪਰ ਜਿਹੜਾ ਆਨੰਦ ਸੰਗਤਾਂ ਨੂੰ ਭੋਜਨ ਛਕਾ ਕੇ, ਲੰਗਰ 'ਚ ਭੋਜਨ ਤਿਆਰ ਕਰਕੇ, ਜੂਠੇ ਬਰਤਨ ਮਾਂਜ ਕੇ ਆਨੰਦ ਆ ਰਿਹਾ, ਹੋਰ ਆਨੰਦ ਕਿੱਥੇ ਹੈ? ਇਸ ਤੋਂ ਆਨੰਦ ਹੋਰ ਕਿਤੇ? ਤੋ ਇਹਦੇ ਵਿੱਚ ਜਿਹੜਾ ਆਨੰਦ ਹੈ, ਫਿਰ ਇਹ ਸਾਰੇ ਦਾ ਸਾਰਾ ਆਨੰਦ ਗੁਰੂ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਅੰਕਿਤ ਕਰਦੇ ਨੇ। ਜਿਹੜਾ ਆਨੰਦ ਇਹਨਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ,
सेवा दे विचों झाड़ू की सेवा, लंगर की सेवा, बर्तनां की सेवा। जिमें जिमें मनुख झाड़ू लाउंदा जांदा है परमात्मा दे घर दे विच, जिमें जिमें झाड़ू लाउंदा तुरिया जांदा है, उवें वक्त जिहड़ा है मनुख दे जिहड़े अंदर दी मैल है वह लहिंदी तुरी जांदी है। अंदर दी मैल ए झाड़ू लाउणा जिहड़ा ये अमृत वेला है ना, तकरीबन रोटी वेले तक दा साडे घरां दे विच इन्हां टाइमां दे विच ही जिहड़ा झाड़ू लगदे ने। जिहड़े घर दे विच जिन्ना कूड़ा करकट हुंदा है इस वक्त दे विच ही उहनूं चुक के बाहर सुट्टिया जांदा है। पुराने जिहड़े बजुर्ग हुंदे सी, जे कोई शाम के टाइम बच्चा कोई झाड़ू लाउण लग जाता उन्होंने डांटते सी कि हुण तो झाड़ू घर दे विच क्यों ला रहे हैं, डांटिया जाता सी। पुराने बजुर्ग सी जिहड़े उस शाम नूं झाड़ू पोचा लाउणा, घर दे विचों कूड़ा करकट बाहर कढ़ना उन्होंने बहुता चंगा नहीं समझते सी, पर इस वक्त नूं सारा चंगा समझते सी कि इस वक्त घरां दे विचों कूड़ा करकट सारा बाहर सुट्टना है। ते हालात सारे दे सारे तकरीबन घरां दे इहो ही ने। इस वक्त जिहड़ा घरां दे विच कूड़ा करके इकट्ठा कीता जांदा है, रोटी खाण तो पहलां पहलां सारे दा सारा कूड़ा करकट घर दे विचों बाहर कढ़िया जांदा है। ते गुरु दे घर दे विच भी, परमात्मा दे घर दे विच भी अमृत वेले संगतां सेवावां करदियां ने। गुरु साहिब जी महाराज कहते ने ये इस वास्ते सेवा की जाती है परमात्मा के घर दे विच कि जिमें जिमें तू झाड़ू हत्थां दे नाल नीवा होके परमात्मा के घर दे विच झाड़ू पोचा लावेगा, उवें उवें तेरे अंदर की मैल धोती जानी है, धोती जानी है। पर जिमें मनुख बाहरों झुक के झाड़ू लाउंदा है, अंदरों भी झुकण दे यतन करे। बिना झुकियां तो झाड़ू नहीं लगता, बिना झुकियां तो यह मनुख अपने घर का कूड़ा करकट बाहर नहीं सुट सकता। तो जे एक दुनियादारी दे विच झुक के अपना घर साफ किया जाता है, तो परमात्मा के घर दे विच झुक के ही अपने हिरदे नूं साफ किया जाता है। जिहड़ा परमात्मा के घर दे विच झुकिया नहीं है, अपने हिरदे नूं साफ नहीं कर सकता, नहीं कर सकेगा। गुरु साहिब जी महाराज ते ऐलानियां कहते ने, हिरदै सुध ना होई, उन्हां दा हिरदा कदे सुध नहीं होगा जिहड़े झुके नहीं है। तो झुकना तो पैंदा है, ते परमात्मा के घर दे विच ते सब तो पहला काम है झुकना, बाकी गल्लां ते बाद दे विच ने, बाकी गल्लां ते बाद दे विच ने, झुकना ते पहला काम है। परमात्मा के दर ते आए, पहले तो परमात्मा के दर ते आके झुकते हैं, उस तो बाद फिर असी परमात्मा के दरबार साहिब दे विच वड़न लगे, फिर झुकते हैं, फिर परमात्मा के अगे आके झुकते हैं। पहला काम है परमात्मा के दर ते आके झुकना। ते जे झुके ही नहीं तो परमात्मा के घर दे विचों कुछ भी नहीं मिलना, माफ़ करना, कुछ नहीं मिलना। झुकना जिमें जिमें तू अपने घर दे विच जां परमात्मा के घर दे विच झाड़ू देना है, कूड़ा करके इकट्ठा करदा है, झुक के करदा है, कदे तू अपने आप अंदरों भी झुक जा। गुरु साहिब जी महाराज कहते तेरा हिरदा शुद्ध हो जाना है, सारा कूड़ा करकट बाहर निकल जाना है सारा। की होया? गुरु अमरदास साहिब जी महाराज कहते गुरता गद्दी मिल गई, पर जेड़ा आनंद भोजन तैयार करना, संगत नूं छकाउणा, झाड़ू लाउणा, भांडे मांजने, ऐ आनंद किसी होर काम दे विच नहीं है। कमाल दी गल है। गुरु नानक दी गद्दी दे वारस होण दे बावजूद भी ये गल कह रहे ने कि जेड़ा आनंद सेवा दे विच है वो आनंद होर किते। हालांकि गुरता गद्दी ते उस वक्त सभाईमान सन। जद ये वचन उन्हां साधुआं ने सुने ते गुरु अमरदास साहिब जी महाराज जियां दे चरनां ते ढह पे। फिर एक साधु दूजे नूं कहन लग्या
ਕਹਿੰਦੇ ਐਵੇਂ ਦੁਨੀਆ ਇਹਨਾਂ ਦੇ ਚਰਨਾਂ ਤੇ ਆ ਕੇ ਸਜਦਾ ਨਹੀਂ ਕਰਦੀ। ਗੁਣ ਨੇ ਜਿੰਨੇ ਇਹਨਾਂ ਕੋਲ, ਗੁਣ ਨੇ ਜਿੰਨੇ ਹੈ ਨੇ ਇਹਨਾਂ ਦੇ ਕੋਲ, ਗੁਣ ਹੀ ਗੁਣ ਨੇ। ਐਵੇਂ ਦੁਨੀਆ ਥੋੜ੍ਹੋ ਇਹਨਾਂ ਨੂੰ ਸਜਦਾ ਕਰਦੀ ਹੈ। ਐਡੀ ਵੱਡੀ ਗੁਰਤਾ ਗੱਦੀ ਤੇ ਬੈਠ ਕੇ ਵੀ ਇਹਨਾਂ ਦੇ ਕੋਲ ਐਡੀ ਵੱਡੀ ਨਿਮਰਤਾ ਹੈ ਕਿ ਹਜੇ ਵੀ ਆਪਣੇ ਹੱਥਾਂ ਦੇ ਨਾਲ ਭਾਂਡੇ ਮਾਂਜ ਰਹੇ ਨੇ। ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਬੈਠ ਕੇ ਵੀ। ਤੇ ਮਨੁੱਖ ਦੇ ਕੋਲ, ਮਨੁੱਖ ਕਹਿੰਦਾ ਕਿ ਭਾਂਡੇ ਮਾਂਜਣ ਦੀ ਜਿਹੜੀ ਸੇਵਾ ਹੈ ਇਹ ਤੇ ਕੋਈ ਹੋਰ ਕਰੇ। ਮੈਂ ਤੇ ਉਹ ਸੇਵਾ ਕਰਾਂ ਜਿਹਦੇ ਨਾਲ ਮੇਰੇ ਕੱਪੜੇ ਨਾ ਲਿਬੜਨ। ਮੈਂ ਤਾਂ ਉਹ ਕੰਮ ਕਰਾਂ ਜਿਹਦੇ ਨਾਲ ਮੈਨੂੰ ਜੁੱਤੀ ਨਾ ਉਤਾਰਨੀ ਪਵੇ। ਮੈਂ ਤਾਂ ਉਹ ਕੰਮ ਕਰਾਂ ਜਿਹੜੀ ਸੇਵਾ ਦੇ ਨਾਲ ਮੈਨੂੰ ਬਿਲਕੁਲ ਵੀ ਦਾਗ ਨਾ ਲੱਗੇ ਮੇਰੇ ਕੱਪੜਿਆਂ ਤੇ, ਕੱਪੜੇ ਨਾ ਮੈਲੇ ਹੋ ਜਾਣ। ਮੈਂ ਤੇ ਸੇਵਾ ਉਹ ਕਰਾਂ, ਉਹ ਸੇਵਾ ਕਰਾਂ ਜਿਹਦੇ ਨਾਲ ਸੇਵਾ ਵੀ ਕਰਦਾ ਰਵਾਂ ਤੇ ਮੈਨੂੰ ਕੋਈ ਇਹ ਵੀ ਨਾ ਕਹੇ ਕਿ ਤੂੰ ਇਹ ਕੀ ਕਰੀ ਜਾਂਦਾ ਹੈ। ਕਿਉਂਕਿ ਜਦੋਂ ਬੰਦੇ ਦੇ ਹੰਕਾਰੀ ਬੰਦਾ ਜਿਹੜਾ ਹੈ ਉਹ ਕਦੇ ਇਹੋ ਜਿਹੀ ਸੇਵਾ ਨਹੀਂ ਕਰ ਸਕਦਾ। ਕਰਦਾ ਕਦੇ ਆਪ ਜੀਆਂ ਨੇ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਹੋਣਾ। ਤੇ ਜਿੰਨਾ ਟਾਈਮ ਕੋਈ ਝਾੜੂ ਤੇ ਬਰਤਨਾਂ ਦੀ ਸੇਵਾ ਨਹੀਂ ਕਰਦਾ ਉਹਨਾਂ ਟਾਈਮ ਅੰਦਰ ਦਾ ਹੰਕਾਰ ਟੁੱਟਦਾ ਨਹੀਂ, ਉਹਨਾਂ ਟਾਈਮ ਨਹੀਂ ਟੁੱਟੇਗਾ। ਗੁਰੂ ਸਾਹਿਬ ਜੀ ਮਹਾਰਾਜ ਗੁਰਬਾਣੀ ਦੇ ਵਿੱਚ ਐਲਾਨੀਆਂ ਕਹਿੰਦੇ ਹਨ ਕਿ ਇਹ ਪਰਮਾਤਮਾ ਸੇਵਾ ਤੇ ਸਿਮਰਨ ਦੋ ਚੀਜ਼ਾਂ ਬਖਸ਼ ਦੇ। ਦੋ ਚੀਜ਼ਾਂ, ਸੇਵਾ ਹੋਵੇ ਤੇ ਸਿਮਰਨ ਹੋਵੇ। ਜਿਵੇਂ ਜਿਵੇਂ ਸੇਵਾ ਕਰਦਾ ਮਨੁੱਖ ਬਾਹਰੋਂ ਝੁਕਦਾ ਤੁਰਿਆ ਜਾਂਦਾ ਹੈ, ਸਿਮਰਨ ਕਰਦਾ ਕਰਦਾ ਉਵੇਂ ਮਨੁੱਖ ਅੰਦਰੋਂ ਝੁਕਦਾ ਤੁਰਿਆ ਜਾਂਦਾ ਹੈ, ਉਵੇਂ ਝੁਕਦਾ ਤੁਰਿਆ ਜਾਂਦਾ ਹੈ। ਵਰਨਾ ਤੇ ਗਿਣਤੀਆਂ ਹੀ ਕਰਦਾ ਰਹਿੰਦਾ, ਮੈਂ ਸੇਵਾ ਸਿਮਰਨ ਕਿੰਨਾ ਕੁ ਕੀਤਾ ਹੈ। ਅੱਜ ਮੈਂ 10 ਮਾਲਾ ਕਰ ਲਈਆਂ, ਅੱਜ ਮੈਂ 20 ਕਰ ਲਈਆਂ, ਅੱਜ 50 ਮਾਲਾ ਕਰ ਲਈਆਂ, ਅੱਜ ਮੈਂ 100 ਮਾਲਾ ਕਰ ਲਈ, ਅੱਜ ਮੈਂ 200 ਮਾਲਾ ਕਰ ਲਈ, ਅੱਜ ਮੈਂ ਸੁਖਮਨੀ ਸਾਹਿਬ ਦੇ 3 ਪਾਠ ਕਰ ਲਏ ਨੇ, ਅੱਜ ਜਪਜੀ ਸਾਹਿਬ ਦੇ 11 ਪਾਠ ਕੇ। ਗਿਣਤੀਆਂ ਦੇ ਵਿੱਚ ਹੀ ਰਹਿੰਦਾ ਬੰਦਾ, ਫਿਰ ਇਹ ਗਿਣਤੀਆਂ ਦੇ ਵਿੱਚ ਪੈਂਦਾ ਰਹਿੰਦਾ ਹੈ। ਤੋ ਪਰਮਾਤਮਾ ਦੇ ਘਰ ਦੇ ਵਿੱਚ, ਰਹਿਸ ਦੇ ਵਿੱਚ, ਰਮਜ ਦੇ ਵਿੱਚ ਸਾਧੂਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੂੰ ਬੋਲ ਬੋਲੇ ਨੇ। ਰਹਿਸ ਤੇ ਰਮਜ ਦੇ ਵਿੱਚ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਨਾਂ ਸਾਧੂਆਂ ਨੂੰ ਸਮਝਾਉਂਦੇ ਨੇ। ਤੋ ਇਸ ਤੋਂ ਮਤਲਬ ਇਹ ਹੈ, ਇਸ ਸਾਖੀ ਦਾ ਨਿਚੋੜ ਇਹ ਹੈ, ਮੇਨ ਪੁਆਇੰਟ ਇਹ ਹੈ ਕਿ ਭਾਵੇਂ ਗੁਰੂ ਨਾਨਕ ਦੀ ਗੁਰਤਾ ਗੱਦੀ ਮਿਲ ਜਾਵੇ ਫਿਰ ਵੀ ਇਹ ਸੇਵਾ ਤੇ ਸਿਮਰਨ ਬੰਦੇ ਨੂੰ ਛੱਡਣੇ ਨਹੀਂ ਚਾਹੀਦੇ। ਅਜੋਕੇ ਟਾਈਮ ਦੇ ਵਿੱਚ ਕਿਹੜੀਆਂ ਗੱਦੀਆਂ ਨੇ ਮਨੁੱਖ ਕੋਲੇ, ਕਿਹੜੀਆਂ ਗੁਰਤਾ ਗੱਦੀਆਂ ਦਾ ਮਾਲਕ ਬਣਿਆ ਹੋਇਆ? ਕੁਛ ਵੀ ਨਹੀਂ, ਇਹਦੇ ਪੱਲੇ ਕੁਛ ਵੀ ਨਹੀਂ ਹੈ। ਫਿਰ ਵੀ ਐਡਾ ਪ੍ਰਬਲ ਹੰਕਾਰ, ਐਡਾ ਵੱਡਾ ਹੰਕਾਰੀ ਹੋ ਚੁੱਕਿਆ ਹੈ ਕਿ ਇਸ ਮਨੁੱਖ ਦਾ ਇਸ ਜ਼ਿੰਦਗੀ ਦੇ ਵਿੱਚ ਹੁਣ ਹੰਕਾਰ ਟੁੱਟਣਾ ਬਹੁਤ ਮੁਸ਼ਕਲ ਦੀ ਗੱਲ ਹੋ ਗਈ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਨਿਮਰਤਾ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਦੇ ਨਾਲ ਜਿੰਨਾ ਸ੍ਰੇਸ਼ਟ ਜੀਵਨ ਬਣਦਾ ਹੈ, ਜਿੰਨਾ ਆਨੰਦਮਈ ਜੀਵਨ ਬਣਦਾ ਹੈ, ਇੰਨਾ ਜੀਵਨ ਹੋਰ ਸ੍ਰੇਸ਼ਟ ਜਾਂ ਆਨੰਦਮਈ ਜੀਵਨ ਹੋਰ ਕਿਸੇ ਕੰਮ ਦੇ ਨਾਲ ਨਹੀਂ ਬਣਦਾ। ਪਰ ਇਹ ਸੇਵਾ ਤੇ ਸਿਮਰਨ ਦੇ ਵਿੱਚੋਂ ਹੀ ਸਭ ਕੁਝ ਲੱਭਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਭਾਗਾਂ ਵਾਲੀ ਉਹ ਜ਼ਿੰਦੜੀ ਹੈ ਜਿਹੜੀ ਜ਼ਿੰਦਗੀ ਇਹ ਸੇਵਾ ਅਤੇ ਸਿਮਰਨ ਦੇ ਵਿੱਚ ਲਗਾਤਾਰ ਤਤਪਰ ਰਹਿੰਦੇ ਨੇ, ਪਰਮਾਤਮਾ ਦੇ ਨਾਮ ਨੂੰ ਸੁਣਦੇ ਹਨ, ਪਰਮਾਤਮਾ ਦੇ ਨਾਮ ਨੂੰ ਮੰਨਦੇ ਨੇ। ਤੇ ਪਰਮਾਤਮਾ ਦਾ ਨਾਮ ਸੁਣਨਾ, ਪਰਮਾਤਮਾ ਦੇ ਨਾਮ ਨੂੰ ਮੰਨਣਾ, ਪਰਮਾਤਮਾ ਦੇ ਇਹੀ ਬੋਲ ਨੇ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਤਾਂ ਕਿ ਤੇਰਾ ਜਿਹੜਾ ਇਹ ਮਨੁੱਖਾ ਜਨਮ ਹੈ, ਆਉਣਾ ਜਾਣਾ ਤੇਰਾ ਸਫਲਾ ਹੋ ਜੇ, ਜਨਮ ਮਰਨ ਤੋਂ ਤੂੰ ਸਦਾ ਵਾਸਤੇ ਰਹਿਤ ਹੋ ਜੇ। ਅਗਾਹਾਂ ਕੋ ਤਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੰਝ ਅਵੇਹਾ ਵਾਰ ਬਾੜ ਨਾ ਹੋਵੀ ਜਨਮੜਾ। ਜਨਮ ਉਹਨਾਂ ਦਾ ਸਫਲ ਹੈ ਜਿਨ੍ਹਾਂ ਦਾ ਦੁਬਾਰੇ ਜਨਮ ਨਾ ਹੋਇਆ, ਮਰਨਾ ਉਹਨਾਂ ਦਾ ਸਫਲ ਹੈ ਜਿਨ੍ਹਾਂ ਦਾ ਦੁਬਾਰੇ ਮਰਨ ਨਾ ਹੋਇਆ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਐਸਿਆਂ ਨੂੰ ਗੁਰੂ ਸਾਹਿਬ ਜੀ ਮਹਾਰਾਜ ਫਿਰ ਪਰਉਪਕਾਰੀ ਜੀਵਨ ਕਹਿੰਦੇ ਹਨ ਕਿ ਇਹ ਜ਼ਿੰਦਗੀ ਪਰਉਪਕਾਰ ਕਰਨ ਵਾਸਤੇ ਸਮਾਜ ਦੇ ਵਿੱਚ ਆਈ ਹੋਈ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।